ਭਾਵੇਂ ਕਿ ਵਿਕਟੋਰੀਆ ਵਿੱਚ ਐਕਟਿਵ ਕੇਸਾਂ ਵਿੱਚ ਗਿਰਾਵਟ ਆਈ ਹੈ, ਪਰ ਫਿਰ ਵੀ ਵਿਕਟੋਰੀਆ ਵਿੱਚ ਕੋਰੋਨਾ ਵਾਇਰਸ ਦੇ 148 ਨਵੇਂ ਕੇਸ ਦਰਜ ਕੀਤੇ ਗਏ ਹਨ ਅਤੇ ਪਿਛਲੇ 24 ਘੰਟਿਆਂ ਵਿੱਚ 8 ਮੌਤਾਂ ਹੋ ਚੁੱਕੀਆਂ ਹਨ। ਇਸ ਸਮੇਂ ਨੂੰ ਦੇਖਦੇ ਹੋਏ ਪ੍ਰੀਮੀਅਰ ਡੈਨੀਅਲ ਐਂਡਰਿਊ ਨੇ ਐਮਰਜੈਂਸੀ ਵਿਸਥਾਰ ਨੂੰ ਹਰੀ ਝੰਡੀ ਦਿੰਦੇ ਹੋਏ ਅਗਲੇ 12 ਮਹੀਨੇ ਤੱਕ ਵਧਾਉਣ ਦੀ ਗੱਲ ਕਹੀ ਹੈ, ਪਰ ਵਿਰੋਧੀ ਧਿਰ ਨੇ ਇਸ ਗੱਲ ਦਾ ਵਿਰੋਧ ਕੀਤਾ ਹੈ। ਸੋ ਇਸ ਬਾਰੇ ਲਿਬਰਲ ਪਾਰਟੀ ਦੇ MP ਬ੍ਰੈਡ ਬੈਟਨੀ ਨਾਲ ਸਾਡੇ ਸਹਿਯੋਗੀ ਗਗਨ ਬੁਮਰਾ ਨੇ ਖਾਸ ਗੱਲਬਾਤ ਕੀਤੀ। ਵਿਕਟੋਰੀਆ ਦੇ ਵਿੱਚ ਪਿਛਲੇ 24 ਘੰਟਿਆਂ ਦੇ ਦੌਰਾਨ 148 ਕੇਸਿਸ ਔਰ 8 ਨਵੀਆਂ ਡੈਥਸ ਰਿਕਾਰਡ ਕੀਤੀਆਂ ਗਈਆਂ ਨੇ। ਈਵਨ ਦੋ ਕਿ ਨੰਬਰ ਘਟਦੇ ਪਏ ਨੇ, ਲੋਕੀ ਖੁਸ਼ ਨੇ, ਲੇਕਿਨ ਡੈਨੀਅਲ ਐਂਡਰਿਊਜ਼ ਦਾ ਆਪਣੇ ਪ੍ਰੀਮੀਅਰ ਦਾ ਕਹਿਣਾ ਹੈ ਕਿ ਨੰਬਰ ਇਸ ਲਈ ਘਟ ਰਹੇ ਨੇ ਕਿਉਂਕਿ ਬਹੁਤ ਸਾਰੇ ਲੋਕੀ ਜਿਹੜੇ ਆ ਟੈਸਟ ਲਈ ਨਹੀਂ ਆ ਰਹੇ ਐਸ ਕੰਪੇਅਰ ਟੂ ਪ੍ਰੀਵੀਅਸ ਜਿਹੜੇ ਟੈਸਟ ਹੁੰਦੇ ਪਏ ਸੀ ਉਹਨਾਂ ਦੇ ਕੰਪੈਰੇਟਿਵਲੀ ਹੁਣ ਉਹਨੇ ਟੈਸਟ ਨਹੀਂ ਆ ਰਹੇ। ਸੋ ਰੇਸ਼ੋ ਦਾ ਹਾਲੇ ਪਤਾ ਨਹੀਂ ਚੱਲ ਰਿਹਾ ਹੈ। ਬਾਰ-ਬਾਰ ਉਹ ਇਨਕਰੇਜ ਕੀਤਾ ਜਾ ਰਿਹਾ ਹੈ ਕਿ ਲੋਕਾਂ ਨੂੰ ਕਿ ਪਲੀਜ਼ ਅੱਗੇ ਆਓ ਔਰ ਆਪਣੇ ਟੈਸਟ ਕਰਵਾਓ। ਅਗਰ ਤੁਸੀਂ ਕਰਵਾਇਆ, ਅਗਰ ਤੁਹਾਨੂੰ ਥੋੜੇ ਜਿਹੇ ਵੀ ਸਿੰਪਟਮਸ ਲੱਗ ਰਹੇ ਤਾਂ ਟੈਸਟ ਕਰਵਾਓ। ਅੱਜ ਪ੍ਰੀਮੀਅਰ ਡੈਨੀਅਲ ਐਂਡਰਿਊ ਨੇ ਆਪਣੇ ਭਾਸ਼ਣ ਦੇ ਦੌਰਾਨ ਇਹ ਵੀ ਕਿਹਾ ਹੈ ਕਿ ਹੋ ਸਕਦਾ ਹੈ ਕਿਉਂਕਿ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਮੈਲਬਨ ਦੇ ਵਿੱਚ ਬਾਰਿਸ਼ ਚੱਲ ਰਹੀ ਹੈ, ਮੌਸਮ ਬਹੁਤ ਠੰਡਾ ਹੈ, ਇੱਥੋਂ ਤੱਕ ਕਿ ਤੂਫਾਨ ਔਰ ਹੇਲਸ ਵੀ ਚੱਲ ਰਹੇ ਨੇ। ਹੋ ਸਕਦਾ ਹੈ ਕਿ ਇਹ ਵੈਦਰ ਜਿਹੜਾ ਕੰਟਰੀਬਿਊਟ ਕਰ ਰਿਹਾ ਹੋਵੇ ਕਿ ਬਹੁਤ ਸਾਰੇ ਲੋਕ ਆਪਣੇ ਘਰੋਂ ਬਾਹਰ ਨਹੀਂ ਨਿਕਲੇ ਜਾਂ ਟੈਸਟ ਨਹੀਂ ਕਰਵਾਇਆ, ਲੇਕਿਨ ਫਿਰ ਵੀ ਇਨਕਰੇਜ ਹੋ ਰਿਹਾ ਹੈ ਕਿ ਟੈਸਟ ਕਰਵਾਇਆ ਜਾਵੇ। ਇੱਕ ਚੀਜ਼ ਹੋਰ ਦੱਸ ਦਈਏ ਕਿ ਕੱਲ੍ਹ ਡੈਨੀਅਲ ਐਂਡਰਿਊ ਨੇ ਇੱਕ ਸਟੇਟਮੈਂਟ ਦਿੱਤੀ ਸੀ ਕਿ ਉਹ ਚਾਹੁੰਦੇ ਨੇ ਕਿ ਵਿਕਟੋਰੀਆ ਦੇ ਵਿੱਚ ਜਿਹੜਾ ਸਟੇਟ ਆਫ ਐਮਰਜੈਂਸੀ ਅਗਲੇ 12 ਮਹੀਨਿਆਂ ਲਈ ਐਕਸਟੈਂਡ ਕਰ ਦਿੱਤੀ ਜਾਵੇ। ਉਹ ਇਹ ਮੁੱਦਾ ਪਾਰਲੀਮੈਂਟ 'ਚ ਲੈ ਕੇ ਜਾਣਾ ਚਾਹੁੰਦੇ ਨੇ, ਲੇਕਿਨ ਇਹ ਮੁੱਦਾ ਇਸ ਟਾਈਮ 'ਤੇ ਬਹੁਤ ਜ਼ਿਆਦਾ ਸਰਗਰਮ ਹੈ ਕਿਉਂਕਿ ਬਹੁਤ ਸਾਰੇ ਲੋਕੀ ਐਜ਼ ਵੈਲ ਐਜ਼ ਆਪਣੀ ਓਪੋਜੀਸ਼ਨ ਬਿਲਕੁਲ ਵੀ ਇਹ ਨਹੀਂ ਚਾਹੁੰਦੇ ਕਿ 12 ਮਹੀਨਿਆਂ ਤੱਕ ਐਮਰਜੈਂਸੀ ਅੱਗੇ ਐਕਸਟੈਂਡ ਹੋਵੇ। ਸਾਡੇ ਨਾਲ ਇਹਦੇ ਬਾਰੇ ਗੱਲਬਾਤ ਕਰਨ ਲਈ ਬ੍ਰੈਡ ਬੈਟਿਨ ਸਾਡੇ MP ਜੁੜ ਰਹੇ ਨੇ, ਲੇਕਿਨ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਥੋੜ੍ਹਾ ਜਿਹਾ ਦੱਸ ਦੇਵਾਂ ਕਿ ਅਗਰ ਸਟੇਟ ਐਮਰਜੈਂਸੀ ਨਹੀਂ ਹੁੰਦੀ ਹੈ ਤਾਂ ਉਹਦਾ ਕੀ ਕਾਰਨ ਹੁੰਦਾ ਹੈ ਕਿ ਅਗਰ ਸਟੇਟ ਐਮਰਜੈਂਸੀ ਨਹੀਂ ਹੈ ਤਾਂ ਫਿਰ ਗਵਰਨਮੈਂਟ ਦੇ ਹੱਥ ਵਿੱਚ ਕੁਝ ਪਾਵਰਸ ਨਹੀਂ ਨੇ, ਜਿਸ ਤਰ੍ਹਾਂ ਕਿ ਸਕੂਲ ਬੰਦ ਕਰਨੇ, ਬਿਜ਼ਨਸਿਸ ਬੰਦ ਕਰਨੇ। ਲੇਕਿਨ ਅਗਰ ਸਟੇਟ ਐਮਰਜੈਂਸੀ ਲੱਗ ਜਾਂਦੀ ਹੈ ਤਾਂ ਉਹਨਾਂ ਦੇ ਹੱਥ 'ਚ ਕੁਝ ਪਾਵਰਸ ਆ ਜਾਂਦੀਆਂ ਨੇ। ਲੇਕਿਨ ਕੀ ਇਹ ਵਾਕਈ ਸਟੇਟ ਐਮਰਜੈਂਸੀ ਨੂੰ ਅਗਲੇ 12 ਮਹੀਨੇ ਤੱਕ ਐਕਸਟੈਂਡ ਕਰਨਾ ਜ਼ਰੂਰੀ ਹੈ ਜਾਂ ਇਸ ਨੂੰ ਥੋੜੇ ਟਾਈਮ ਤੱਕ ਵੀ ਕੀਤਾ ਜਾ ਸਕਦਾ ਹੈ ਬੇਸਡ ਔਨ ਦ ਕਰੋਨਾ ਵਾਇਰਸ। ਸਭਨਾਂ ਨੂੰ ਪਤਾ ਹੈ ਕਿ ਇਸ ਟਾਈਮ 'ਤੇ ਸੇਫਟੀ ਜ਼ਰੂਰੀ ਹੈ, ਲੇਕਿਨ ਇਸ ਟਾਈਮ 'ਤੇ ਮੁੱਦਾ ਜਿਹੜਾ ਬਹੁਤ ਜ਼ਿਆਦਾ ਗਰਮਾਇਆ ਹੋਇਆ ਹੈ ਔਰ ਬਹੁਤ ਸਾਰੇ ਲੋਕੀ ਵੀ ਇਸ ਵਿੱਚ ਡਿਵਾਈਡ ਹੋਏ ਹੋਏ ਨੇ। ਸੋ ਗੱਲਬਾਤ ਕਰਦੇ ਹਾਂ ਅਸੀਂ ਬ੍ਰੈਡ ਨਾਲ। So Brad, thank you so much for your time. Brad, I just want to know that now because everybody, as Daniel Andrews has already mentioned, that the government wants to extend the emergency to another 12 months, in addition to what they have already done in the last 6 months. But most of the people, they are not happy with the decision. And I came to know that you also are not happy and opposition is actually opposing. So first of all, why it will make impact on the people and why people are thinking that it should not happen? The direct answer to this is it shouldn't happen and they shouldn't extend it for a 12-month period because it's removing the scrutiny of government. So Daniel Andrews can make decisions to take away our freedoms. He can force you to stay home. He can close businesses. And we need to make sure that we have oversight from the Parliament. That is our role in Parliament, to keep government to account. I will continue to fight for that. We will oppose this legislation. We will also be of the view that it should be a monthly extension, which has oversight from the Parliament to give us a decision and to make sure that any choices going forward to take away freedoms are there for the safety of the community and not just at the whim of a Premier. So do you think if it will be extended for, say, another 12 months, do you think that government can force businesses to, close, keep shut, just like now it is? Yeah, the power of the state of emergency gives the Premier and his small cabinet, he's got a mini cabinet at the moment, that gives them the power that they can enforce closures of businesses across the state, they can enforce people to stay home and they can force schools to stay closed. Now, they're saying that that's not going to happen. However, I can't trust Daniel Andrews in the things that he's done already. The only reason we're in a second wave is because of what's happened with hotel quarantine. And if we didn't have Parliament, that wouldn't have been exposed. What we're saying is, Daniel Andrews, if you want the powers which are so strong to take away democracy in Victoria, then we want guarantees in the legislation that will be in Parliament to question you, to make sure that safety is put first and that our democracy is not eroded because people's voice counts.
Now, if we are talking about just the schools, because at the moment in second wave, no parent can actually like allow their kids to go out, and parents won't allow their kids to go out in school because that's something most scariest thing to send. So, without that emergency, do you think and you can still order the same thing what's happening now, same rules, restrictions, and everything? Now, without the state of emergency, then they couldn't close the schools down. The schools would have to operate. Now, we also understand common sense too says if there's a virus that's spreading and it's going through the schools, then common sense says you should work your best. If that means closing the schools, then use the powers to close the schools. But you should have to have the oversight of the parliament to ensure that that is the right decision and to ensure that it's the best decision in the interest of safety of the child and in the safety of obviously people they're going home to. We're not objecting to the fact that there is powers there. We're objecting to that Daniel Andrews wants to put them in place for 12 months, and he's admitted that those powers will have the power for him or the Chief Health Officer to say that Parliament can close for that period of time. That is not in the best interest of Victorians. That is not in the best interest of the businesses, and it's definitely not in the best interest of students at school. Cool. Thank you so much, Brad. Thank you so much for your time. And I hope that whatever decision government will make, it will be in the benefit of Victorians and in our nation as well. Thank you. और एदन आली मैं गगन बमरा PTC न्यूज़ मैलबर्न तो